ਪ੍ਰੈਸ ਕਾਨਫਰੰਸ ਹੈ, ਸ਼ਾਇਦ ਇਹ ਤੋਂ ਜ਼ਰੂਰੀ ਤੇ ਇੰਪੋਰਟੈਂਟ ਸੰਵੇਦਨਸ਼ੀਲ ਮੁੱਦੇ ਤੇ ਕੋਈ ਸ਼ਾਇਦ ਹੋਰ ਪ੍ਰੈਸ ਕਾਨਫਰੰਸ ਨਹੀਂ ਹੋਈ ਹੋਣੀ। ਕਾਰਨ ਇਸ ਲਈ ਮੈਂ ਕਹਿ ਰਿਹਾ, ਜਦੋਂ ਲੋਕਤੰਤਰ ਦੀ ਗੱਲ ਹੋਵੇ, ਡੈਮੋਕ੍ਰੇਸੀ ਦੀ ਗੱਲ ਹੋਵੇ ਤੇ ਉਹਨੂੰ ਖਤਰੇ ਦੀ ਗੱਲ ਹੋਵੇ, ਜਾਂ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਆਪਣਾ ਮਤਦਾਨ ਦਿੱਤਾ ਹੈ ਉਸ ਦੇ ਨਾਲ ਖਿਲਵਾੜ ਕਰਨ ਦੀ ਗੱਲ ਹੋਵੇ, ਜਾਂ ਡੈਮੋਕ੍ਰੇਸੀ ਨੂੰ ਚੈਲੰਜ ਹੋਵੇ, ਤੇ ਫਿਰ ਮੈਂ ਸਮਝਦਾ ਕਿ ਨਾ ਤਾਂ ਇਹਨੂੰ ਛੋਟੇ ਨਜ਼ਰੀਏ ਨਾਲ ਵੇਖਿਆ ਜਾ ਸਕਦਾ ਹੈ ਤੇ ਨਾ ਇਹਨੂੰ ਇੱਕ ਸ਼ਗੂਫੇ ਦੇ ਤੌਰ ਤੇ ਜਾਂ ਜੁਮਲੇ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ। ਔਰ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਪੰਜਾਬ ਦੇ ਇਤਿਹਾਸ 'ਚ ਕਦੇ ਇਹ ਜੀ ਗੱਲ ਸੁਣਨ ਨੂੰ ਨਹੀਂ ਮਿਲੀ ਹੈ ਕਿ ਜਦੋਂ ਐਮਐਲਏਆਂ ਨੂੰ ਖਰੀਦਣ ਦੀ 25-25 ਕਰੋੜ ਤੋਂ ਲੈ ਕੇ 2300 ਕਰੋੜ ਦੀ ਗੱਲ ਹੋ ਰਹੀ ਹੈ ਕਿ ਖਰਚਾ ਕਰਕੇ ਬਹੁਮਤ ਖਰੀਦਿਆ ਜਾ ਰਿਹਾ। ਔਰ ਮੈਂ ਅੱਜ ਤੁਹਾਡੇ ਰਾਹੀਂ ਐਜ਼ ਏ ਨਾਰਮਲ ਸਿਟੀਜ਼ਨ, ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਾਂ ਵਰਕਰ ਦੇ ਤੌਰ ਤੇ ਨਹੀਂ, ਜੋ ਲੋਕਤੰਤਰ ਦੇ ਹੱਕ 'ਚ ਨੇ, ਜੋ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੁੰਦੇ, ਔਰ ਇੱਕ ਆਮ ਨਾਗਰਿਕ ਦੇ ਤੌਰ ਤੇ ਮੈਂ ਇਹ ਡਿਮਾਂਡ ਕਰਦਾ ਕਿ ਇਹ ਸਾਰੀ ਗੱਲ ਦੀ ਇਨਕੁਆਇਰੀ ਜੋ ਕੱਲ ਹਰਪਾਲ ਚੀਮਾ ਸਾਹਿਬ ਨੇ 11:30 ਵਜੇ ਪੀਸੀ ਕੀਤੀ ਸੀ, 2 ਕੈਬਨਿਟ ਮਿਨਿਸਟਰ, 11:30 ਹਰਪਾਲ ਚੀਮਾ ਨੰਬਰ 2 ਇਨ ਕੈਬਨਿਟ ऑफिशिएटिंग एज सीएम, समझ लो उन्होंने की गैर हाजिरी च, और दूजा अमन अरोड़ा साहब 6:30 बजे करते हैं और बड़े सीरियस एलीगेशन, गंभीर दोष लाते हैं। अज 24 घंटे बीत गए हैं ते थोड़े कोल किसी कोल हले तक FIR की कॉपी नहीं आई है। डेमोक्रेसी खतरे च होवे, MLA की खरीदो फरोख्त की गल हो रही होवे, FIR ਜਿਹੜੀ ਪਬਲਿਕ ਡੋਮੇਨ 'ਚ ਹੋਣੀ ਚਾਹੀਦੀ ਸੀ, ਤੁਰੰਤ ਐਕਸ਼ਨ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਣਾ ਚਾਹੀਦਾ ਸੀ, ਉਹ ਲੁਕੋਈ ਕਿਉਂ ਜਾ ਰਹੀ ਹੈ? ਇਸ ਲਈ ਮੈਂ ਡਿਮਾਂਡ ਕਰਦਾ ਹਾਂ ਕਿ ਪਤਾ ਨਹੀਂ ਸ਼ਾਇਦ ਪੰਜਾਬ ਪੁਲਿਸ ਜਾਂ DGP ਸਾਹਿਬ ਤੇ ਕੇਸ ਗੱਲ ਦੀ ਪਾਬੰਦੀ ਆ ਜਾਂ ਉਹ ਸੌ ਗਏ ਆ। ਮੈਂ ਅੱਜ ਇਹ ਬੇਨਤੀ ਕਰਦਾ ਕਿ ਸੈਂਟਰਲ ਏਜੰਸੀਜ਼ ED, CBI और हाई कोर्ट मॉनिटर्ड इंक्वायरी यदि शुरू होवे इमीडिएटली। दिस इज नॉट अबाउट अ पार्टी, दिस इज अबाउट डेमोक्रेसी। ये लोकां दे, पंजाब दे लोकां दी आस्था दी, विश्वास दी, उन्हां दी ईमानदारा तरीके नाल दित्ती हुई वोट दी चुनौती है। इसलिए हर पंजाबी नूं हक है ਇਹਦੀ ਸੱਚਾਈ ਤੱਕ, ਇਹਦੀ ਅਸਲੀਅਤ ਤੱਕ ਪਹੁੰਚਣ ਦਾ। ਦੂਜੀ ਗੱਲ, ਵੈਸੇ ਤਾਂ ਪਤਾ ਨਹੀਂ ਤੁਹਾਡੇ ਕੋਲ ਇੰਨਾ ਸਮਾਂ ਹੋਵੇ ਕਿ ਨਹੀਂ ਹੋਵੇ, ਕੱਲ ਦੀ ਪੀਸੀ ਅੱਧਾ ਘੰਟਾ ਪੀਸੀ ਹਰਪਾਲ ਚੀਮਾ ਸਾਹਿਬ ਨੇ ਕੀਤੀ ਔਰ ਕਹਿੰਦੇ ਕਿ ਮੈਂ ਆ 10 MLA ਗਿਣਾਏ, ਮਾਮਲਾ ਐਡਾ ਗੰਭੀਰ ਹੋਵੇ, ਨਾਲ पंजाब विधान सभा के डिप्टी स्पीकर जय किशन रोड़ी साहब बैठे होण और ये गल कह रहे हो कि असी DGP को चले होने सबूता समेत विद प्रूफ कि जेड़ी थ्रेट्स, जेड़े फोन कॉल्स ते जेड़े लोकां ने ये सारे तत्था सबूतां नूं लैके DGP को चले पेश करन। 24 घंटे बीत गए, वेयर आर दोस तथ्य, वेयर आर दोस सबूत? तुसी लोकां नूं इस तरह मूर्ख नहीं बना सकते, क्योंकि जे तुसी लोकां दे वोटां दे नाल, लोकतंत्र दे नाल खिलवाड़ कर रहे हो, यू आर आंसरेबल टू द पीपल ऑफ दिस कंट्री देन। क्योंकि पंजाब वो पंजाबी ने जिन्हां ने देश दे खातर कुर्बानियां दित्तियां, जानां वारियां ने। कोई आके उन्हां दी वोट दे अधिकार दा खिलवाड़ करे, उन्होंने किसी ने बर्दाश्त नहीं करना है। तुसी हैरानगी होगी तुहानूं, मैं सारे पत्रकारां नूं, पुलिस दे आला अफसरां नूं फोन करके कहा, मैनू FIR दी कॉपी तां दे दिओ भाई, वी हैव अ राइट टू नो।
कि किसी को FIR की मैनू तो दिती नहीं, कि थोनू मिली जी? ਇਹ ਤੋਂ ਸੰਵੇਦਨਸ਼ੀਲ ਮੁੱਦਾ ਹੋਵੇ ਤੇ FIR ਦੀ ਪਬਲਿਕ ਡੋਮੇਨ ਦਾ ਡਾਕੂਮੈਂਟ ਹੋਵੇ, ਮਿਲੇ ਨਾ, ਇਹ ਤੋਂ ਹੀ ਸਮਝ ਲਓ ਕਿ ਕੀ ਦਾਲ 'ਚ ਕਾਲਾ ਨਹੀਂ, ਦਾਲ ਸਾਰੀ ਕਾਲੀ ਚੱਲ ਰਹੀ ਹੈ। ਔਰ ਮੈਂ ਤੁਹਾਨੂੰ ਦੱਸ ਦੇਣਾ, ਜਿਹੜੀ ਮੈਂ ਕੱਲ PC ਵੇਖੀ, ਭਗਵੰਤ ਮਾਨ ਜੀ ਆਉਣਗੇ ਔਰ ਜਿਵੇਂ BMW ਦਾ ਝੂਠ ਬੋਲਿਆ ਨਾ, ਜਿਵੇਂ ਪਹਿਲਾਂ ਕਈ ਝੂਠ ਬੋਲੇ ਸਿਕਿਉਰਿਟੀ ਦੇ ਉੱਤੇ ਤੇ ਹੋਰ ਮੁੱਦਿਆਂ ਤੇ, ਉਹ ਝੂਠ ਨਵਾਂ ਬੋਲਣਗੇ ਕਿ ਅਸੀਂ ਸੈਸ਼ਨ ਸੱਦਣ ਲੱਗੇ ਹਾਂ ਔਰ ਸੈਸ਼ਨ ਸੱਦ ਕੇ ਕੌਨਫੀਡੈਂਸ ਮੋਸ਼ਨ ਲਿਆਉਣਗੇ ਆਪਦਾ। ਭਾਈ ਪੰਜਾਬ ਦੇ ਖਜ਼ਾਨੇ ਨਾਲ ਜਾਂ ਪੰਜਾਬ ਦੀ ਲੋਕਾਂ ਦੀ ਭਾਵਨਾ ਨਾਲ ਦਿੱਲੀ ਵਾਂਗੂ ਖਿਲਵਾੜ ਨਹੀਂ ਕਰਨ ਦੇਵਾਂਗੇ। ਖਤਰਾ ਕਿੱਥੋਂ ਹੈ ਉਹ ਤਾਂ ਦੱਸ ਦਿਓ। ਫੜਿਆ ਕਿਹਨੂੰ, ਕਾਰਵਾਈ ਕੀਤੀ ਉਹ ਤੁਸੀਂ ਦੱਸਦੇ ਨਹੀਂ। ਜਿਹੜੇ ਤੁਹਾਡੇ ਬੰਦੇ ਦਾ ਮੈਂ ਇੱਕ ਤਾਂ ਕੱਲ ਸਟੇਟਮੈਂਟ ਸੁਣੀ ਹੈ, ਇਹਨਾਂ ਦੇ ਸਤਿਕਾਰਯੋਗ ਇੱਕ MLA ਜਿਹਨੂੰ ਇਹ ਪੇਸ਼ ਕਰ ਰਿਹਾ, ਸਾਡੇ ਕਹਿੰਦੇ ਜਾਨਬਾਜ਼ ਸਿਪਾਹੀ। ਕੱਲ PC 'ਚ ਤੁਸੀਂ ਉਹਨਾਂ ਦੇ ਲਫ਼ਜ਼ ਨਹੀਂ ਸੁਣੇ, ਮੈਂ ਤਾਂ ਬੜੇ ਧਿਆਨ ਨਾਲ ਇਹਨਾਂ ਦੀ ਗੱਲ ਸੁਣਦਾ। ਸਾਡੀ ਸਰਕਾਰ ਹੈ ਭਾਈ, ਕੱਟੜ ਇਮਾਨਦਾਰ ਲੋਕਾਂ ਨੂੰ ਕਹਿੰਦਾ ਖਰੀਦਣ ਨਹੀਂ ਦਿੱਤਾ ਜਾਊਗਾ। ਸਾਰੀ PC ਮੈਨੂੰ ਲੱਗਦਾ ਸੀਗਾ ਕਾਂਗਰਸ ਨੂੰ ਨੀਵਾ ਵਿਖਾਉਣ ਲਈ ਵੱਧ ਸੀ ਕਿ ਕਾਂਗਰਸੀ ਵਿਕ ਗਏ, ਗੋਆ ਵਾਲੇ ਆਪ ਵਾਲੇ ਖਲੋਤੇ ਆ। ਉਹ ਭਾਈ ਤੁਸੀਂ ਆਪਦੀ PR ਐਕਸਰਸਾਈਜ਼ ਕਰਨੀ ਹੈ, ਹੋਰ ਕਿਸੇ ਮੁੱਦੇ ਤੇ ਕਰ ਲਓ। ਵਾਈ ਔਨ ਦਾ ਨੇਮ ਆਫ ਡੈਮੋਕ੍ਰੇਸੀ ਇਸ ਲਈ। ਔਰ ਇਲਜ਼ਾਮ ਕੀਤੇ ਲਾਏ ਇਹ ਸਤਿਕਾਰਯੋਗ ਸਾਡੇ MLA ਨੇ, ਇਹਨਾਂ ਦਾ ਨਾਂ ਵੀ ਸੁਭਾ ਨਹੀਂ, ਸ਼ੀਤਲ ਨਾਂ ਸ਼ੀਤਲ ਆ ਉਹਨਾਂ ਦਾ, ਸ਼ੀਤਲ ਰੰਗਾਲ ਜੀ, ਇਹੀ ਹੈ ਨਾ ਜੀ ਨਾਂ, ਅੰਗੁਰਾਲ। ਹੁਣ ਇਹ ਵੀ ਕੋਈ ਸਿੱਧਰੇ ਪੱਧਰੇ ਤਾਂ ਹੈ ਨਹੀਂ ਇਹਦੇ। ਮੈਂ ਇਹਨਾਂ ਦਾ ਕੱਢ ਰਿਹਾ ਸੀ, ਆਹ ਡਾਟਾ ਤੁਸੀਂ ਵੀ ਕੱਢ ਲਿਓ। ਆਹ ਹੈਗਾ ਨੈਸ਼ਨਲ ਇਲੈਕਸ਼ਨ ਵਾਚ ਦਾ ਡਾਟਾ। ਇਹ ਭਾਈ ਸਾਹਿਬ ਤੇ ਇਹਨਾਂ ਨੇ ਕੱਲ ਇਲਜ਼ਾਮ ਕੀਤੇ ਲਾਇਆ ਹੋਮ ਮਿਨਿਸਟਰ ਸਾਹਿਬ ਤੇ। ਇਹੀ ਕਿਹਾ ਸੀ ਨਾ, ਬਾਬੂ ਅਮਿਤ ਸ਼ਾਹ ਜੀ ਦਾ ਨਾਂ ਲੈਂਦੇ ਸੀ ਕਿ ਮੈਨੂੰ ਉਹਨਾਂ ਦੇ ਨਾਂ ਤੇ ਥ੍ਰੈਟ। ਮੈਂ ਅੱਜ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਦੇਸ਼ ਦੇ ਹੋਮ ਮਿਨਿਸਟਰ ਤੁਸੀਂ ਹੋ, ਨੈਸ਼ਨਲ ਸਿਕਿਉਰਿਟੀ ਤੁਹਾਡੇ ਹੱਥ 'ਚ ਹੈ, ਲੋਕਤੰਤਰ ਨੂੰ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਪੰਜਾਬ ਦੀ ਸਰਕਾਰ ਕੁਝ ਕਰੇ ਨਾ ਕਰੇ, ਤੁਸੀਂ ਇਨਕੁਆਇਰੀ ਆਪਦੇ ਹੱਥ 'ਚ ਲਓ, ਜਾਂ ED ਨੂੰ ਦਿਓ, ਜਾਂ CBI ਨੂੰ ਦਿਓ, ਜਾਂ ਸੁਪਰੀਮ ਕੋਰਟ ਮੋਨੀਟਰਡ ਕਰਾਓ, ਕਿਸੇ ਇੰਡੀਪੈਂਡੈਂਟ ਤਰੀਕੇ ਨਾਲ ਕਰਾ ਲਓ। ਮਗਰ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਕਿ ਕੀ ਇਹ ਖਿਲਵਾੜ ਹੋ ਰਿਹਾ, ਕਿ ਇਹਦੇ 'ਚ ਸੱਚਾਈ ਵੀ ਹੈ। ਕਿਉਂਕਿ ਇੱਕ ਕੰਪਲੇਨੈਂਟ ਜਿਹਦੀ ਗੱਲ ਕੀਤੀ ਜਾ ਰਹੀ ਹੈ ਰੰਗਾਲ ਸਾਹਿਬ, ਉਹਨਾਂ ਤੇ ਪਰਚੇ ਕਿਹੜੇ ਆ, ਮੈਂ ਮਾੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਉਹਨਾਂ ਦੀ ਹਿਸਟਰੀ। ਉਹਨਾਂ ਤੇ ਇੱਕ ਪਰਚਾ ਤਾਂ ਜੀ ਅਗਵਾ ਕਰਨ ਦਾ, ਮਾਈਨਰ ਨੂੰ ਕਿਡਨੈਪਿੰਗ ਦਾ। ਦੂਜਾ ਪਰਚਾ ਜੀ ਸ਼ਰਾਬ ਦੀ ਤਸਕਰੀ ਦਾ। ਤੀਜਾ ਪਰਚਾ ਜੀ ਅਟੈਂਪਟ ਟੂ ਮਰਡਰ ਦਾ, ਜਾਨੋਂ ਮਾਰਨ ਦੀ ਕੋਸ਼ਿਸ਼। ਚੌਥਾ ਪਰਚਾ ਜੀ, ਪੰਜਵਾਂ ਪਰਚਾ ਜੀ ਜੂਆ ਦਾ, ਗੈਂਬਲਿੰਗ ਕਰਦੇ ਆ ਸਤਿਕਾਰਯੋਗ ਨੇ। ਪੰਜਵਾਂ ਪਰਚਾ ਜੀ ਧੋਖਾਧੜੀ ਦਾ, 420, ਮਤਲਬ ਇੱਕ ਨੋਟਾ ਕੰਮ ਨਹੀਂ। ਸੱਤਵਾਂ ਪਰਚਾ ਝੂਠੇ ਸਬੂਤ ਪੇਸ਼ ਕਰਨਾ, ਮਤਲਬ ਇਹ ਤਾਂ ਕੋਈ ਝੂਠ ਬੋਲ ਸਕਦੇ, ਇਹ ਵੀ ਪਰਚਾ ਇਹਨਾਂ ਤੇ। ਅਗਲਾ ਪਰਚਾ ਜੀ IT ਐਕਟ ਸਾਈਬਰ ਕ੍ਰਾइम। ਕੋਈ ਰਹਿ ਤਾਂ ਨਹੀਂ ਗਿਆ ਵਕੀਲ ਸਾਹਿਬ? ਕੰਮ ਤਾਂ ਕੋਈ ਰਹਿ ਹੀ ਨਹੀਂ ਗਿਆ, ਇੱਕੋ ਰਹਿ ਗਿਆ ਜਿਹੜੇ ਕੰਮ 'ਚ ਕਈ ਮਾਜਰੇ ਤੁਰੇ ਫਿਰਦੇ ਆ, ਬਾਕੀ ਤਾਂ ਸਾਰੀ ਕੰਮ ਕਰ ਛੱਡੇ। ਨਾ ਹੀ ਕਰਨ, ਬਚਾ ਰਵੇ, ਚੰਗੀ ਗੱਲ। ਇਹ ਤਾਂ ਇਹਨਾਂ ਦੀ ਅਬਡਕਸ਼ਨ, ਅੱਛਾ ਇਹ ਮਾਈਨਰ ਗਰਲ ਹੈ ਜੀ, ਮਾਈਨਰ ਗਰਲ, ਸੌਰੀ, ਇਹ ਅਬਡਕਸ਼ਨ ਐਂਡ ਕਿਡਨੈਪਿੰਗ ਆਫ ਮਾਈਨਰ ਗਰਲ ਹੈ with intent to secretly and wrongfully confine a person। ਇਹ ਸਾਰਾ ਕੁਝ ਮੈਂ ਬੜਾ authenticated ਕਾਗਜ਼ ਕੱਢਿਆ। ਤੇ ਉਹ ਕੱਲ ਮੈਂ ਵੇਖ ਰਿਹਾ ਸੀ ਕਿ ਹਰਪਾਲ ਚੀਮਾ ਸਾਹਿਬ, ਉਹ ਕਿੰਨੇ ਨੰਬਰ ਤੇ ਆਪਾਂ ਕੱਢੀ ਸੀ, ਸੁਣਾ ਦੀ ਭਾਈ, ਜਿਹਨੂੰ ਇਹ ਜਾਨਬਾਜ਼ ਦੱਸ ਰਹੇ, ਜਾਨਬਾਜ਼ ਨੇ ਇਹ। ਆਪਰੇਸ਼ਨ ਲੋਟਸ, ਆ ਲੋਟਸ। ਇੱਕ ਮਿੰਟ ਖੜ ਜਾ, ਇਹਨੂੰ ਖੜ ਜਾ, 2 ਮਿੰਟ ਰੋਕ ਲੈ। ਆ ਵੇਖ ਲਓ, ਆ ਜਾਨਬਾਜ਼ ਸਿਪਾਹੀ ਮੈਂ ਵਿਖਾਉਣਾ। ਚਲੋ ਪਹਿਲੀ ਫੋਟੋ ਹੀ ਵਿਖਾ ਦੇਣਾ ਤੁਹਾਨੂੰ ਜਾਨਬਾਜ਼ ਸਿਪਾਹੀ ਦੀ। ਆ ਵੇਖੋ, ਆ ਕਿਹਦੇ ਨਾਲ ਹੈ, ਪਛਾਣਦੇ ਨਹੀਂ ਪਛਾਣਦੇ? ਆ ਤਰਨ ਚੌਕ, ਸਾਡਾ ਹੁਣ ਵੀ ਸਾਥੀ ਹੈ ਭਾਈ, ਪੁਰਾਣਾ ਕਿਉਂ। ਆ ਦੂਜੇ ਗਡਕਰੀ ਸਾਹਿਬ, ਆ ਜਿਨ੍ਹਾਂ ਦੇ ਜਿਹੜੇ ਸ਼ਿਕਾਇਤ ਕਰਤਾ। ਆ ਤੀਜੀ ਫੋਟੋ, ਇਹ MP ਸਾਹਿਬ ਨੇ ਦਿੱਲੀ ਦੇ,
ਭਾਜਪਾ ਦੇ ਪ੍ਰਧਾਨ ਰਹੇ ਆ ਤਿਵਾੜੀ ਸਾਹਿਬ, ਉਹਨਾਂ ਨਾਲ ਫੋਟੋ। ਚੌਥੀ ਫੋਟੋ, ਕੱਪੜੇ ਵੀ ਇਕੱਠੀ ਸਵਾਏ ਜਾਪਦੇ ਆ, ਸਾਪਲਾ ਜੀ ਨਾਲ, ਠੀਕ ਹੈ ਜੀ। ਪੰਜਵੀਂ ਫੋਟੋ ਦੇਖ ਕੇ ਹੈਰਾਨ ਨਾ ਹੋ ਜਿਓ, ਹੋਮ ਮਿਨਿਸਟਰ ਸਾਹਿਬ ਨਾਲ। ਹੁਣ ਕੀ ਹੋ ਰਿਹਾ ਜੀ? ਮੈਂ ਤਦੇ ਹੋਮ ਮਿਨਿਸਟਰ ਸਾਹਿਬ ਨੂੰ ਹੀ ਬੇਨਤੀ ਕੀਤੀ ਹੈ ਕਿ ਇਹ ਇਸ ਤਰ੍ਹਾਂ ਮੂਰਖ ਬਣਾ ਕੇ ਹੁਣ ਬਚ ਨਾ ਜਾਣ। ਇਹ ਔਰ ਅਗਲੀ ਗੱਲ ਸੁਣ ਲਓ, ਆਹ ਪੋਸਟਰ ਹੈ ਜੀ, ਆਹ ਪੋਸਟਰ ਤੇ ਮੈਂ ਲਫ਼ਜ਼ ਪੜ੍ਹ ਕੇ ਤੁਹਾਨੂੰ ਸੁਣਾ ਦਿਆਂ। ਇਹ 'ਚ ਲਿਖਿਆ ਜੀ, भारत माँ की सेवा में बना वो चौकीदार, भारत की शान बढ़ाने हम ले आए, फिर एक बार मोदी सरकार। थल्ले शीतल रंगल जी, भाई तेरे जेड़े पुराने जेड़े रिश्ते हैं ना, और ये भाजपा युवा नेताओं ने मोदी के फैसले का किया स्वागत। ਹੁਣ ਤੈਨੂੰ ਕੌਣ ਦਬਕਾਊ? ਤੇਰੀ ਤਾਂ ਗੱਲ ਹੀ ਇੱਕ ਹੈ ਉਹਨਾਂ ਨਾਲ। ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਵਾਟ ਦ ਹੈਲ ਇਜ਼ ਗੋਇੰਗ ਔਨ। ਹਾਊ ਕੈਨ ਯੂ ਚੀਟ ਪੀਪਲ ਆਫ ਪੰਜਾਬ ਲਾਈਕ ਦਿਸ? ਹਾਊ ਕੈਨ ਜਿਹੜੇ ਬੰਦੇ ਤੇ 9 ਪਰਚੇ ਹੋਣ, ਹਰ ਤਰੀਕੇ ਦਾ ਪਰਚਾ ਹੋਵੇ, ਉਹਨੂੰ ਤਾਂ ਆ ਕੀ ਕਹਿ ਰਿਹਾ ਜੀ? ਆ ਸੁਣਾ ਦੀ ਭਾਈ, ਉਹਦੀ ਗੱਲ ਸੁਣ ਲਓ ਕੀ ਕਹਿ ਰਿਹਾ। ਆਪਰੇਸ਼ਨ ਲੋਟਸ ਆਮ ਆਦਮੀ ਪਾਰਟੀ ਦੇ ਜਾਵਾਨ ਸਿਪਾਹੀਆਂ ਦੇ ਸਾਹਮਣੇ ਫੇਲ ਹੋਇਆ। ਵਾਹ। ਆਮ ਆਦਮੀ ਪਾਰਟੀ ਦੇ ਕੱਟੜ ਇਮਾਨਦਾਰ ਲੋਕਾਂ ਦੇ ਸਾਹਮਣੇ ਫੇਲ ਹੋਇਆ। ਦਿੱਲੀ 'ਚ ਇਹਨਾਂ ਨੇ ਇਸ ਕੰਮ ਲਈ 800 ਕਰੋੜ ਰੁਪਏ ਦਾ ਪ੍ਰਬੰਧ ਕੀਤਾ। ਉੱਥੇ ਕੇਜਰੀਵਾਲ ਸਾਹਿਬ ਦੇ ਸਿਪਾਹੀਆਂ ਨੇ ਬੁਰੀ ਤਰ੍ਹਾਂ ਇਸ ਆਪਰੇਸ਼ਨ ਨੂੰ ਫੇਲ ਕੀਤਾ, ਔਰ ਦਾ ਖੁਲਾਸਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਨਹੀਂ ਉਹ ਦਿਖਾਈ ਨਾ। ਅਰੰਗਲ ਜੀ ਦੀ ਗੱਲ ਅਖੀਰ 'ਚ ਕਰਦਾ, ਜਿੱਥੇ ਉਹ ਕਹਿੰਦਾ ਜਾ ਕੇ ਮੈਂ ਤੁਸੀਂ ਨਾ, ਮੈਂ 2-3 ਕਲਿੱਪਸ ਤੁਹਾਨੂੰ ਤਾਂ ਵਿਖਾਉਣਾ ਚਾਹੁੰਦਾ। ਸਿੰਸ ਯੈਸਟਰਡੇ 2 ਵਾਰੀ ਨਹੀਂ 10 ਵਾਰੀ ਕਿਹਾ ਸਾਡੇ ਕੋਲ ਸਬੂਤ ਨੇ, ਸਾਡੇ ਕੋਲ ਬੰਦੇ ਨੇ, ਸਾਡੇ ਕੋਲ ਸਬੂਤ ਨੇ। ਸਾਨੂੰ ਥ੍ਰੈਟ ਕੀਤਾ ਗਿਆ, ਇਜ਼ ਦ ਪੁਲਿਸ ਸਲੀਪਿੰਗ? ਕਿ ਫੇਰ ਇਹ ਚਾਹੁੰਦੇ ਕਿ ਕੋਈ ਮੂਸੇਵਾਲਾ ਟਾਈਪ ਇੱਥੇ ਕਾਂਡ ਵਾਪਰ ਜਾਵੇ, then they will react. If they are not reacting, then government of India should react, because question ਇਹ ਡੈਮੋਕ੍ਰੇਸੀ ਦੀ ਗੱਲ ਹੈ। ਔਰ ਮੈਂ ਦੂਜੀ ਗੱਲ ਦੱਸਦਾ ਕਿ ਮੈਂ ਜੋ ਇਹਦਾ ਨਿਚੋੜ ਕੱਢਿਆ, ਫੜੇ ਇਹ ਜਾਣੇ ਆ, ਇਹ ਡਰਾਮਾ ਜੋ ਰਚਿਆ, ਇਹ ਸਿਰਫ ਡਰਾਮਾ ਰਚਿਆ ਆਪ ਦੇ ਆਪ ਨੂੰ ਐਜ਼ ਰੀਅਲ ਓਪੋਜੀਸ਼ਨ ਦੱਸਣ ਵਾਸਤੇ। ਕਿਉਂਕਿ ਕੱਲ ਜੋ ਮੈਂ ਤੇਜ਼ੀ ਵੇਖੀ, ਜੋ ਐਕਸਾਈਟਮੈਂਟ ਤੇ ਐਗਜ਼ੂਬਰੈਂਸ ਜੋ ਮੈਂ ਹਰਪਾਲ ਚੀਮਾ ਤੇ ਅਨਮ ਅਰੋੜਾ ਜੀ 'ਚ ਵੇਖੀ, ਉਹ ਮੈਂ ਤਦ ਵੇਖਦਾ ਹੁੰਦਾ ਜਦੋਂ ਅਰਵਿੰਦ ਕੇਜਰੀਵਾਲ ਜੀ ਦਾ ਫੋਨ ਆਇਆ ਹੁੰਦਾ। ਜਦੋਂ ਇੱਥੋਂ ਭਗਵੰਤ ਮਾਨ ਜੀ ਜਾਂ ਕੋਈ ਫੋਨ ਕਰਦੇ, ਫੇਰ ਮੈਂ ਇਹਨਾਂ 'ਚ ਉਹ ਚੁਸਤੀ ਦਰੁਸਤੀ ਨਹੀਂ ਵੇਖਦਾ। ਔਰ ਇਹ ਸਿਰਫ ਇਸ ਲਈ ਹੋ ਰਿਹਾ ਕਿ ਅਸੀਂ ਕਾਂਗਰਸ ਜੀ ਫੇਲ ਹੋ ਗਈ ਆ ਜੀ ਭਾਜਪਾ ਦੇ ਅੱਗੇ, ਕਾਂਗਰਸ ਘੁਟਨੇ ਟੇਕ ਗਈ ਆ। ਗੁਜਰਾਤ ਦੀ ਤੇ ਹਿਮਾਚਲ ਦੀ ਇਲੈਕਸ਼ਨ ਹੈ, ਹੁਣ ਉਹਦੇ ਕਰਕੇ ਤੁਸੀਂ ਪੰਜਾਬੀਆਂ ਨੂੰ ਬਕਾਊ ਦੱਸ ਦਿਓ, ਉਹਦੇ ਕਰਕੇ ਪੰਜਾਬ ਦੇ ਵੋਟਰ ਨੂੰ ਤੁਸੀਂ ਬਕਾਊ ਦੱਸ ਦਿਓ। ਇਹ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਤੁਸੀਂ ਆਪਦੀ ਜੋ ਲੜਾਈ ਕਿਸੇ ਪਾਰਟੀ ਨਾਲ ਲੜਨੀ ਹੈ, ਜੀ ਸਦਕੇ ਲੜੋ, ਮਗਰ ਲੋਕਾਂ ਨੂੰ ਮੂਰਖ ਬਣਾ ਕੇ, ਲੋਕਤੰਤਰ ਦਾ ਮਜ਼ਾਕ ਉਡਾ ਕੇ, ਲੋਕਤੰਤਰ ਦਾ ਘਾਣ ਕਰਕੇ ਕਿਸੇ ਨੇ ਨਹੀਂ ਕਰਨਾ। ਔਰ ਮੈਂ ਤੁਹਾਨੂੰ ਅੱਜ ਦੱਸ ਰਿਹਾ, ਦਿੱਲੀ ਵਾਲਾ ਡਰਾਮਾ ਰਚਣਗੇ, ਇੱਥੇ ਸਪੈਸ਼ਲ ਸੈਸ਼ਨ ਸੱਦਣਗੇ, ਫਿਰ ਕਹਿਣਗੇ ਅਸੀਂ ਵਿਸ਼ਵਾਸ ਮਤਾ ਲੈ ਕੇ ਆਏ ਤੇ ਅਸੀਂ ਉਸ ਵਿਸ਼ਵਾਸ ਮਤੇ 'ਚ ਪਾਸ ਹੋ ਗਏ। ਇਹ ਸਾਰਾ ਹੀ ਡਰਾਮਾ ਐਟ ਦੀ ਐਕਸਪੈਂਸ ਆਫ ਪੰਜਾਬੀ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਔਰ ਬਾਰ-ਬਾਰ ਦੇਖੋ ਕੱਲ ਦੀ ਪੀਸੀ 'ਚ ਕੀ ਕਹਿ ਰਹੇ ਸੀ, ਪ੍ਰੂਫ ਤਾਂ ਭਾਈ ਤੇਰੇ ਬੰਦਿਆਂ ਨੂੰ ਦਬਕੇ ਮਾਰ ਰਹੇ। ਗੱਲ ਕਰ ਰਹੇ ਗੋਆ ਦੀ, ਪੀਸੀ ਸ਼ੁਰੂ ਹੋਈ ਆਪਰੇਸ਼ਨ ਲੋਟਸ ਨਾਲ ਗੋਆ ਬਾਰੇ, ਫਿਰ ਗੱਲ ਹੋਈ ਮੱਧ ਪ੍ਰਦੇਸ਼ ਬਾਰੇ, ਫਿਰ ਗੱਲ ਹੋਈ ਮਹਾਰਾਸ਼ਟਰ ਬਾਰੇ। ਭਾਈ ਉਹਦਾ ਇਸ ਮਸਲੇ ਨਾਲ ਕੀ ਲੈਣਾ ਦੇਣਾ? ਦਿਸ ਇਜ਼ ਐਨ ਇੰਡੀਵਿਜੂਅਲ ਕੇਸ। ਅੱਜ ਤੱਕ ਤੁਸੀਂ FIR ਨਹੀਂ ਉਹਦੀ ਦਿਖਾ ਰਹੇ। ਇਸ ਲਈ ਕੱਲ ਐ ਵੀ ਜਾਪ ਰਿਹਾ ਸੀ ਜਿਵੇਂ ਹਰਪਾਲ ਚੀਮਾ ਕਾਂਗਰਸ ਦੇ ਪ੍ਰਵਕਤਾ ਵੀ ਬਣ ਗਏ ਆ, ਬਾਰ-ਬਾਰ ਉਹਦੀ ਗੱਲ ਦੱਸੀ ਜਾ ਰਹੇ ਕਿ ਉਹ ਕਿੰਨੀ ਕਮਜ਼ੋਰ ਹੋ ਗਈ, ਉਹ ਕਿੰਨੀ ਕਮਜ਼ੋਰ ਹੋ ਗਈ। ਤੂੰ ਭਾਈ ਕੀ ਲੈਣਾ ਉਹ ਕਮਜ਼ੋਰ ਹੋ ਜਾਏ ਜਾਂ ਤਗੜੀ ਹੋ ਜਾਏ, ਤੁਹਾਡਾ ਇਹਦੇ ਨਾਲ ਕੀ ਲੈਣਾ ਦੇਣਾ? ਅਗਲੀ ਗੱਲ ਕਹਿੰਦੇ ਬਲਜਿੰਦਰ ਕੌਰ ਵੀ ਕੰਪਲੇਨੈਂਟ ਹੈ। ਇਹ ਵੀ ਕਿਹਾ ਗਿਆ ਨਾ, ਐਡਾ ਵੱਡਾ ਮੁੱਦਾ ਹੋਵੇ, 25 ਕਰੋੜ ਦੀ ਇੱਕ MLA ਨੂੰ ਆਫਰ ਹੋਵੇ ਤੇ ਉਹ ਆਉਣਾ ਹੀ ਠੀਕ ਨਾ ਸਮਝੇ। ਕੀ ਤੁਸੀਂ ਮੰਨ ਸਕਦੇ ਹੋ? ਆ ਸੁਣ ਲਓ ਆ ਗੱਲ, ਮੈਨੂੰ ਤਾਂ ਹੈਰਾਨਗੀ ਹੋਈ। ਜਿਹੜੇ ਬੀਜੇਪੀ ਦੇ ਕਾਰਜਕਰਤਾ
ਆਮ ਆਦਮੀ ਪਾਰਟੀ ਨੂੰ ਤੋੜਨ ਦਾ ਯਤਨ ਕਰ ਰਹੇ ਨੇਗੇ, ਜਿਨ੍ਹਾਂ ਨੇ ਲਗਭਗ 22-2300 ਕਰੋੜ ਰੁਪਈਆ ਇਸ ਕੰਮ ਲਈ ਰੱਖਿਆ ਗਾ, ਜਿਹੜਾ ਉਹ ਗੈਰ ਕਾਨੂੰਨੀ ਪੈਸਾ ਗਾ, ਜਿਹੜਾ ਉਹ ਕਾਲਾ ਧਨ ਆ। ਉਹ ਕੌਣ ਲੋਕ ਨੇਗੇ ਜਿਹੜੇ ਇਸ ਕਾਲੇ ਧਨ ਦੀ ਵਰਤੋਂ ਕਰਦੇ ਨੇਗੇ? ਕੌਣ ਉਹ ਬੀਜੇਪੀ ਦੇ ਲੀਡਰ ਨੇਗੇ? ਇੱਕ ਵੱਡੀ ਜਾਂਚ ਦਾ ਵਿਸ਼ਾ ਗਾ। ਔਰ ਉਸ ਦੇ ਲਈ ਮੈਂ ਆਪਣੇ ਸਾਰੇ ਸਾਥੀ ਵਿਧਾਇਕਾਂ ਨੂੰ ਲੈ ਕੇ ਮਾਨਯੋਗ ਡੀਜੀਪੀ ਪੰਜਾਬ ਨੂੰ ਮਿਲਣ ਜਾ ਰਿਹਾ ਗਾ, ਔਰ ਉਹਨਾਂ ਕੋਲੇ ਉਹਨਾਂ ਲੋਕਾਂ ਦੇ ਖਿਲਾਫ ਸਬੂਤਾਂ ਸਹਿਤ ਵਿਦ ਐਵੀਡੈਂਸ ਮੈਂ ਪੂਰੇ ਜਿਹੜੇ ਸਾਨੂੰ ਕਾਲ ਜਾਂਦੀਆਂ ਨੇਗੀਆਂ, ਜਿਹੜੇ ਸਾਡੇ ਕੋਲ ਸਬੂਤ ਨੇਗੇ, ਸਾਡੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਮਿਲੇ ਨੇਗੇ, ਉਹ ਸਾਰੇ ਸਬੂਤ ਲੈ ਕੇ ਕੰਪਲੇਂਟ ਦੀ ਸ਼ੇਪ ਦੇ ਵਿੱਚ ਅਸੀਂ ਮਾਨਯੋਗ ਡੀਜੀਪੀ ਸਾਹਿਬ ਕੋਲ ਜਾ ਰਹੇ ਹਾਂਗੇ, ਤਾਂ ਕਿ ਉਹਨਾਂ ਲੀਡਰਾਂ ਦੇ ਖਿਲਾਫ, ਉਹਨਾਂ ਦਲਾਲਾਂ ਦੇ ਹੁਣ ਮੈਨੂੰ ਇਹ ਦੱਸੋ, 24 ਘੰਟੇ ਬੀਤ ਗਏ ਆ, ਸਾਰੇ ਸਬੂਤ ਇਹਨਾਂ ਕੋਲ ਨੇ, ਤੁਹਾਡੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤੇ? ਡੀਜੀਪੀ ਸਾਹਿਬ ਨੂੰ ਕਿਹੜਾ ਸਬੂਤ ਦੇ ਦਿੱਤਾ ਜਿਹੜਾ ਡੀਜੀਪੀ ਸਾਹਿਬ ਹੀ ਸੌਂ ਗਏ ਆ? ਕਿਤੇ ਹੋਰ ਨਾ, ਮੈਂ ਤਾਂ ਉਹਨਾਂ ਦੀ ਸੁੱਖ ਮੰਗਦਾ ਕਿ ਮਗਰ ਕੀ ਇਹ ਜਾਂ ਤੁਹਾਨੂੰ ਸਬੂਤ ਦੇ ਦਿੱਤਾ ਜਿਹੜਾ ਤੁਹਾਨੂੰ ਤਾਂ ਸਾਂ ਹੀ ਨਹੀਂ ਅਗਲਾ ਆ ਰਿਹਾ, ਜਾਂ ਹਾਊ ਕੈਨ ਦਿਸ ਜੋਕ ਕੈਰੀ ਔਨ? ਔਰ ਤੁਸੀਂ ਵੇਖੋ ਬਾਰ-ਬਾਰ ਕਹਿੰਦੇ ਬੀਜੇਪੀ ਲੀਡਰਾਂ ਦਾ ਮੈਂ ਨਾਂ ਦੱਸੂਗਾ। ਹਰਪਾਲ ਚੀਮਾ ਜੀ, ਤੁਹਾਨੂੰ ਕਿਹਨੇ ਹੱਥ ਫੜਿਆ? ਤੁਸੀਂ ਦੱਸੋ ਪ੍ਰੈਸ ਅੱਗੇ, ਕੌਣ ਰੋਕ ਰਿਹਾ ਤੁਹਾਨੂੰ? ਇਸ ਤਰ੍ਹਾਂ ਮੂਰਖ ਨਹੀਂ ਬਣਾਉਣ ਦੇਵਾਂਗੇ। ਫਿਰ ਤੁਸੀਂ ਦਲਾਲਾਂ ਦੇ ਨਾਂ ਲੈ ਰਹੇ, ਲੋ ਦਲਾਲਾਂ ਦਾ ਨਾਂ, ਇਨਵੈਸਟੀਗੇਸ਼ਨ ਹੋਵੇ ਇਸ ਗੱਲ ਦੀ। ਨਹੀਂ ਤਾਂ ਇਸ ਤਰ੍ਹਾਂ ਮਜ਼ਾਕ ਕਰਕੇ ਬਾਰ-ਬਾਰ ਇੱਕ ਸੀਰੀਅਲ ਕਿਲਰ ਵਾਲੀ ਸੁਣਾਈ। ਮੈਨੂੰ ਤਾਂ ਲੱਗਦਾ ਆਮ ਆਦਮੀ ਪਾਰਟੀ ਤੋਂ ਵੱਡੀ ਸੀਰੀਅਲ ਲਾਇਰ ਕੋਈ ਨਹੀਂ। ਬਾਰ-ਬਾਰ ਕਹਿੰਦੇ ਬੀਜੇਪੀ ਸੀਰੀਅਲ। ਦੇਖੋ ਗੱਲ ਇਹ ਆ ਕਿ ਸਾਡੀ ਕੰਪਲੇਂਟ ਜਿਹੜੀ ਆ ਉਹ ਤਿਆਰ ਆ, ਉਹਦੇ ਨਾਲ ਸਬੂਤ ਵੀ ਲਾਏ ਹੋਏ ਨੇ ਕਿ ਜਦੋਂ ਅਸੀਂ ਇਹ ਕੰਪਲੇਂਟ ਜਿਹੜੀ ਆ ਕੰਪੀਟੈਂਟ ਅਥਾਰਟੀ ਨੂੰ ਸਬਮਿਟ ਕਰ ਦਿਆਂਗੇ, ਮਾਨਯੋਗ ਡੀਜੀਪੀ ਸਾਹਿਬ ਨੂੰ ਸਬਮਿਟ ਕਰ ਦਿਆਂਗੇ, ਔਰ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੀ ਕਾਪੀ ਵੀ ਸਪਲਾਈ ਕਰ ਦਿਆਂਗੇ। ਇਹਨਾਂ ਵਿੱਚੋਂ ਜਿਹੜੇ ਸਾਡੇ ਸਾਥੀ ਮੇਰੇ ਨਾਲ ਖੜੇ ਨੇ, ਇਹਨਾਂ ਵਿੱਚੋਂ ਬਹੁਤ ਸਾਰੇ ਵਿਧਾਇਕ ਜਿਹੜੇ ਨੇ, ਉਹਨਾਂ ਨੂੰ ਥ੍ਰੈਟਸ ਵੀ ਆਈਆਂ ਨੇ, ਕਾਲਸ ਵੀ ਆਈਆਂ ਨੇ। 10 ये देखिए थ्रेट जो कल की प्रेस कॉन्फ्रेंस से बाद, कल की प्रेस वार्ता के बाद जो थ्रेट आया वो शीतल अंगाल जी को आया। इनको फोन पे दी गई, इनको उन्होंने अटैक करने की कोशिश की कि इनको कहीं ना कहीं ढूंढा जाए और उन पे हमला किया जाए। इन्होंने अपना बचाव किया, इसके लिए भी हम जा रहे हैं। सो बिल्कुल 10 विधायकों को उन्होंने ਇਹ 10 ਕਰੀ ਜਾਂਦਾ, ਕਿ 10 ਨੰਬਰ ਹੀ ਨਾ ਬਣਾ ਦੇਵੇ ਸਾਰਿਆਂ ਨੂੰ। ਫਿਰ ਉਹ ਬਾਰ-ਬਾਰ ਕਹਿ ਰਿਹਾ ਉਹਦਾ ਆਪਣਾ ਅਟੈਕ ਕੀਤਾ ਗਿਆ। ਭਾਈ ਕਿੱਥੇ ਅਟੈਕ ਹੋਇਆ? ਤੁਹਾਡੇ ਤਾਂ ਜਦੋਂ ਆਰਪੀਜੀ ਅਟੈਕ ਹੋਇਆ ਸੀ, ਤੁਸੀਂ ਤਾਂ ਵਿਖਾ ਉਹਦਾ ਮਤਲਬ ਸਾਰਾ ਕੁਝ ਹੀ ਪੱਧਰਾ ਕਰਤਾ ਸੀ। ਕਿੱਥੇ ਅਟੈਕ ਹੋਇਆ ਤੁਹਾਨੂੰ ਪਤਾ ਲੱਗਿਆ? ਕਿ ਨਾ ਹਰਿਆਣੇ ਚੋਂ ਕੋਈ ਰਿਪੋਰਟ ਆਈ ਅਟੈਕ ਦੀ, ਨਾ ਚੰਡੀਗੜ੍ਹ ਤੋਂ ਕੋਈ ਆਈ, ਨਾ ਪੰਜਾਬ ਤੋਂ ਆਈ। ਹਰਪਾਲ ਐਡਾ ਵੱਡਾ ਮਿਨਿਸਟਰ ਪੰਜਾਬ ਸਰਕਾਰ ਦਾ ਕਹਿ ਰਿਹਾ ਅਟੈਕ ਹੋ ਰਿਹਾ, ਤੇ ਅਟੈਕ ਹੋਣ ਵਾਲੇ ਨੂੰ ਨਹੀਂ ਪਤਾ ਤੇ ਕਰਨ ਵਾਲੇ ਨੂੰ ਨਹੀਂ ਪਤਾ, ਤੇ ਨਾ ਕੋਈ ਖਬਰ ਲੱਗ ਰਹੀ ਹੈ। ਮਜ਼ਾਕ ਬਣਾਤਾ ਯਾਰ। ਐਂਡ ਇਟਸ ਅਬਾਊਟ 25 ਕਰੋੜ ਦੀ। 25 ਕਰੋੜ ਇਜ਼ ਨਾਟ ਅ ਸਮਾਲ ਅਮਾਊਂਟ। ਮੈਂ ਤਾਂ ਨਹੀਂ ਸੁਣਿਆ ਕਦੇ ਐਮਐਲਏ ਨੂੰ, ਪੰਜਾਬ ਦਿਆਂ ਨੂੰ। ਤੁਹਾਡੇ ਸਭ ਤੋਂ ਸੀਨੀਅਰ ਤਾਂ ਸਾਡੇ ਸਤਿਕਾਰਯੋਗ ਬਜ਼ੁਰਗ ਨੇ, ਤੁਸੀਂ ਸੁਣਿਆ ਜੀ ਕਦੇ? ਦੱਸੋ, ਤੁਸੀਂ ਹੱਸ ਕੇ ਨਾ ਟਾਲੋ। ਇਸ ਲਈ ਸੌਰੀ। ਜੀ 25 ਕਰੋੜ ਸਾਡੇ ਲਈ ਥੋੜਾ ਹੈ, ਅਸੀਂ ਸਾਡੀ ਕੀਮਤ ਤਾਂ 50 ਕਰੋੜ ਤੋਂ ਵੱਧ ਹੈ, ਤੁਸੀਂ ਦਿਓ। ਨਾਲੇ ਮੈਂ ਅਗਲੀ ਗੱਲ ਕਰਦਿਆਂ ਜੀ, ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਕਹਿ ਰਹੇ 6-7, ਇਹਨਾਂ ਨੂੰ ਨੰਬਰ ਦਾ ਹੀ ਨਹੀਂ ਪਤਾ। ਉਹ 6-7 ਕਹਿ ਰਿਹਾ, ਹਰਪਾਲ ਚੀਮਾ ਜੀ 10 ਕਹਿ ਰਿਹਾ, ਤੇ ਉਹ ਸ਼ਾਮ ਨੂੰ ਅਮਨ ਅਰੋੜਾ ਜੀ 35 ਕਹਿ ਰਹੇ। ਭਾਈ ਘਰੇ ਬਹਿ ਕੇ ਫੈਸਲਾ ਤਾਂ ਕਰ ਲਓ, ਸਕੀਮ ਕਿਹੜੀ ਬਣਾਉਣੀ। ਤਦੇ ਮੈਂ ਬੇਨਤੀ ਕਰਦਾ ਦਿੱਲੀ ਵਾਲਿਆਂ ਨੂੰ, ਇਹਨਾਂ ਨੇ ਤਾਂ ਸੱਚ ਦੱਸਣਾ ਨਹੀਂ, ਜਾਂ ਤੁਸੀਂ ਕਢਾ ਦਿਓ ਜਾਂ ਹਾਈ ਕੋਰਟ ਦੇ ਜੱਜ ਸਾਹਿਬ ਹੀ ਇਨਕੁਆਇਰੀ ਕਰ ਦੇਣ। ਨਹੀਂ ਤਾਂ ਇਹ ਨਵਾਂ ਸ਼ਗੂਫਾ ਛੱਡ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਥਾਂ ਹੋਰ ਕੁਛ ਨਹੀਂ, ਆਪਣੇ ਫੇਲੀਅਰਸ ਲੁਕਾਉਣ ਦੀ ਥਾਂ ਹੋਰ ਕੁਛ ਨਹੀਂ। ਆ ਕੱਲ ਕਹਿੰਦੇ ਜੀ, ਮੈਨੂੰ ਲੱਗਦਾ ਇੰਨੀ ਬੇਇੱਜ਼ਤੀ ਤਾਂ ਸ਼ਾਇਦ ਕਿਸੇ ਮੁੱਖ ਮੰਤਰੀ ਦੀ ਪਹਿਲਾਂ ਨਹੀਂ ਹੋਈ ਹੋਣੀ। ਕਹਿੰਦੇ ਜੀ BMW ਆ ਰਹੀ ਹੈ, BMW ਆ ਰਹੀ ਹੈ। BMW ਦਾ ਤੁਸੀਂ ਕਈਆਂ ਨੇ ਸੋਚ ਲਿਆ ਹੋਣਾ
ਕਿ ਇਹ ਸ਼ਾਇਦ ਭਗਵੰਤ ਮੋਟਰ ਵਰਕਸ ਹੈ। ਭਰਾਵੋ ਇਹ ਬਰਵੇਰੀਅਨ ਮੋਟਰ ਵਰਕਸ ਹੈ BMW, ਇਹ ਨਹੀਂ। ਮੈਂ ਹੈਰਾਨ ਹੋ ਗਿਆ, $1 ਮਿਲੀਅਨ ਕੰਪਨੀ 1 ਲੱਖ ਗੱਡੀ ਤਾਂ ਹਿੰਦੁਸਤਾਨ 'ਚ ਵੇਚ ਚੁੱਕੇ ਆ। ਜੇ ਉਹਨਾਂ ਨੇ ਕੋਈ ਇਨਵੈਸਟਮੈਂਟ ਕਰਨੀ ਹੈ ਤੇ ਭਗਵੰਤ ਮਾਨ ਜੀ ਤਾਂ ਪੰਜਾਬ ਦੀ ਗੱਲ ਕਰ ਸਕਦੇ, ਉਹਨਾਂ ਦੀ ਗੱਲ ਤਾਂ ਉਹਨਾਂ ਦਾ CEO ਕਰੂ। ਉਹੀ ਗੱਲ ਹੋਈ 24 ਘੰਟੇ 'ਚ ਉਹਨੇ ਡਿਨਾਈ ਕਰਤਾ। ਕੀ ਰਹਿ ਗਿਆ ਪੰਜਾਬੀਆਂ ਦੇ ਪੱਲੇ? ਔਰ ਫਿਰ ਇੱਕ ਪਾਸੇ ਵਿਧਾਨ ਸਭਾ 'ਚ ਕਹਿੰਦੇ ਕਿ ਪਿਛਲੀ ਸਰਕਾਰਾਂ ਨੇ ਕੀਤਾ ਹੀ ਕੱਖ ਨਹੀਂ। ਜੇ ਕੀਤਾ ਹੀ ਕੱਖ ਨਹੀਂ ਤਾਂ ਤੁਸੀਂ ਜਰਮਨੀ ਕੀ ਸ਼ੋਕੇਸ ਕਰਨ ਗਏ ਹੋ? ਕੋਈ 6 ਮਹੀਨੇ 'ਚ ਤਾਂ ਤੁਸੀਂ ਇਕੱਲਾ RPG ਅਟੈਕ ਕਰਾਇਆ, ਜਾਂ ਸਿੱਧੂ ਮੂਸੇ ਵਾਲੇ ਦਾ ਲਾਅ ਐਂਡ ਆਰਡਰ ਪ੍ਰੋਬਲਮ ਖੜੀ ਹੋਈ ਆ, ਜਾਂ ਕਾਲੀ ਦੇਵੀ ਮੰਦਿਰ ਦੇ ਹਾਲਾਤ ਪੈਦਾ, ਤੁਸੀਂ ਤਾਂ ਕੀਤਾ ਹੀ ਭਾਈ ਕੱਖ ਨਹੀਂ। ਹਾਂ ਇਹ ਜ਼ਰੂਰ ਹੈ ਕਿ ਤੁਸੀਂ ਹਨੀਮੂਨ ਪੀਰੀਅਡ 'ਚ ਸਰਕਾਰ ਚੱਲ ਰਹੀ ਹੈ ਉਹਦਾ ਫਾਇਦਾ ਉਠਾਉਣਾ ਚਾਹੁੰਦੇ ਕਿ ਕੋਈ ਤੁਹਾਨੂੰ ਪੁੱਛਕੁਰੇ ਨਾ, ਕੁਛ ਕਵੇ ਨਾ, ਕੁਛ ਪੁੱਛੇ ਨਾ। ਮਗਰ ਲੋਕ ਬੜੇ ਜਾਗਰੂਕ ਨੇ ਜੀ, ਕਿਹਨੇ ਬਰਦਾਸ਼ਤ ਕਰਨਾ। ਔਰ ਇਸ ਲਈ BMW ਨੇ ਅਗਲੇ ਦਿਨ ਡਿਨਾਈ ਕਰਤਾ। ਔਰ ਮੈਂ ਤੁਹਾਨੂੰ ਜਸਟ ਬਾਈ ਦੇ ਵੇ ਦੱਸ ਰਿਹਾ, ਮੈਂ ਕੱਲ ਆਪਦੇ ਕਿਸੇ ਨੇ ਮੈਨੂੰ ਪੁੱਛਿਆ ਵਿਲ BMW ਇਨਵੈਸਟ, ਆਈ ਸੈਡ ਨੈਵਰ। ਬਿਕੋਜ਼ ਜਿੰਨੇ ਵੀ ਆਟੋ ਮੈਨੂਫੈਕਚਰਰਸ ਨੇ, ਉਹਨਾਂ ਦੇ ਜਿੰਨੇ ਵੀ ਆਟੋ ਕੰਪੋਨੈਂਟਸ ਨੇ, ਚਾਹੇ ਉਹ ਇੰਜਨ ਬਣਨਾ ਹੈ, ਚਾਹੇ ਗੇਅਰ ਬਾਕਸ ਬਣਨਾ ਹੈ, ਉਹ ਸਾਰੇ ਪਲਾਂਟ ਨਾਲ ਹੀ ਲਵਾ ਲੈਂਦੇ ਉੱਥੇ ਕਿ ਟਰਾਂਸਪੋਰਟੇਸ਼ਨ ਕਾਸਟ ਦਾ ਖਰਚਾ ਨਾ ਪਵੇ। ਨਹੀਂ ਤਾਂ ਇੰਜਨ ਤਿਆਰ ਹੋ ਕੇ ਇੱਥੋਂ ਜਾਊ ਉੱਥੇ, ਉੱਥੋਂ ਫਿਰ ਗੱਡੀ ਤਿਆਰ ਹੋ ਕੇ ਆਊ ਇੱਥੇ, ਟਰਾਂਸਪੋਰਟੇਸ਼ਨ 2 ਵਾਰੀ ਹੋਗੀ। ਜਨਰਲ ਟ੍ਰੈਂਡ ਬਦਲ ਗਿਆ। ਮਗਰ ਚਲੋ ਉਹ ਝੂਠ ਫੜਿਆ ਗਿਆ। ਫਿਰ ਤੁਸੀਂ ਦੂਜਾ ਝੂਠ ਦੇਖ ਹੀ ਲਿਆ। ਆ ਅਗਨੀਪਥ ਵਾਲੀ ਸੁਣਾਈ ਗੱਲ, ਕੀ ਕਹਿੰਦੇ ਸੀ ਵਿਧਾਨ ਸਭਾ 'ਚ ਮਤਾ ਲਿਆਏ ਕਿ ਨਹੀਂ ਲਿਆਏ? ਆ ਭਗਵੰਤ ਮਾਨ ਜੀ ਦੇ ਤੁਸੀਂ ਬੋਲ ਭੁੱਲ ਜਾਂਦੇ, ਸਾਡਾ ਤਾਂ ਮੁੱਖ ਮੰਤਰੀ ਸਾਹਿਬ ਹੈ। ਅਸੀਂ कितने देखिए बहुत किराए पर नहीं मिला। ऐसा कैसे कह सकते हो कि आप 17 साल में ट्रेनिंग के लिए जाइए और 21 साल में रिटायर होकर भूतपूर्व सैनिक बन जाइए 21 साल में? तो ये तो ठीक है। जिन्होंने देश के लिए ਉਹਨੇ ਘਟਾਤੀ ਮੈਨੂੰ। बहुत ही उल्ट हालातों में काम करना होता है। जब हम अपने बच्चों के साथ सो रहे होते हैं एसी लगाकर, तब वो 50-55 डिग्री सेल्सियस जैसलमेर और गंगानगर के देश के लिए हमारी भी रक्षा कर रहे होते हैं। जब हम हीटर लगाकर सोते हैं बच्चों के साथ, तो वो कारगिल की पहाड़ियों में -20 डिग्री में काम कर रहे होते हैं। क्या आप उनको किराए पे रखोगे कि आ जाओ जी 4 साल के बाद आपको भूतपूर्व सैनिक साबका बना देंगे? नेता तो कभी रिटायर नहीं होते, सिर्फ जनता ही रिटायर होती है, और वो भी सैनिक। इसका विरोध करते हैं हम। ऐसा नहीं चाहिए। हमें फौज किराए पे नहीं चाहिए। फौज का मतलब फौज है। ये खुद ये गांव, इस गांव के बहुत से लड़के फौज में हैं, कुछ ਕਹਿੰਦਾ शहीद हुए हैं। ਸਾਨੂੰ ਫੌਜ ਕਿਰਾਏ ਤੇ ਨਹੀਂ ਚਾਹੀਦੀ। ਹੁਣ ਕੱਲ ਦੀ ਕੀ ਸਟੇਟਮੈਂਟ ਹੈ ਜੀ? 21 ਘੰਟੇ ਹੀ ਹੋਏ ਆ ਇਹਨੂੰ ਆਈ ਨੂੰ। ਆਲ ਡਿਪਟੀ ਕਮਿਸ਼ਨਰ ਦਾ ਭਗਵੰਤ ਮਾਨ ਜੀ ਕਹਿ ਰਹੇ ਆ, ਆਲ ਡਿਪਟੀ ਕਮਿਸ਼ਨਰਸ ਵਰ ਡਾਇਰੈਕਟਡ ਟੂ ਪ੍ਰੋਵਾਈਡ ਕੰਪਲੀਟ ਸਪੋਰਟ ਟੂ ਆਰਮੀ ਅਥਾਰਟੀਜ਼ for recruitment of Agniveers in Punjab. Any laxity shall be viewed seriously. Every effort will be made to recruit maximum number of candidates into the army from the state. यार इस तरीके का की यही झूठ हुण बोलिया जा रहा 25 करोड़ के मामले च। तुसी जे BMW के मामले च एडी वड्डी इन्वेस्टमेंट के मामले च बोल सकते हो, अग्निवीर के मामले च बोल सकते हो, ये तो बड़ी छोटी गल है। इसलिए मैं अखीरली गल करके समाप्त करन लग्या जी। हाँ जी आ चीमा चलो ਅਸੀਂ ਅਗਨੀਵੀਰ ਜਿਹੜੀ ਉਹਨਾਂ ਦੀ ਸਕੀਮ ਆ, ਅਗਨੀਵੀਰ ਸਕੀਮ ਦਾ ਅਸੀਂ ਪਹਿਲਾਂ ਵੀ ਵਿਰੋਧ ਕੀਤਾ, ਅਸੀਂ ਅੱਜ ਵੀ ਵਿਰੋਧ ਕਰ ਰਹੇ ਹਾਂ। ਦੱਸੋ ਕੱਲ ਮੈਂ ਜੋ ਇੱਕ ਅੱਖੀ ਚਲੋ ਡਿਮਾਂਡ ਤਾਂ ਮੈਂ ਅਗਲੀ ਦੱਸਦਾ। ਮੈਨੂੰ ਤਾਂ ਲੱਗਦਾ ਕਿਤੇ ਇਹ ਭਾਊ ਜਰਮਨੀ ਤੇ ਆਉਂਦੇ ਕਿਤੇ ਲਾਈ ਨਾ ਦੇਣ, ਸਾਬਕਾ ਹੀ ਨਾ ਬਣਾ ਦੇਣ। ਇੱਕ ਹੋਰ ਸਕੀਮ ਇਹ ਤੇ ਪਤਾ ਹੀ ਨਹੀਂ ਕੁਛ ਕੀ ਹੋ ਰਿਹਾ ਪੰਜਾਬ 'ਚ। ਇੰਨੀ ਅਨਸਰਟਨਟੀ ਖੜੀ ਕਰਤੀ ਹੈ। ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਫੁੱਲ ਸਪੋਰਟ ਦਿਓ, ਅਸੀਂ ਸਪੋਰਟ ਕਰ ਰਹੇ। ਫਾਈਨੈਂਸ ਮਿਨਿਸਟਰ ਸਾਹਿਬ ਕਹਿ ਰਹੇ ਸਾਡੀ ਕੋਈ ਸਪੋਰਟ ਨਹੀਂ। MLA ਦਿੱਲੀ ਸੱਦ ਲਿਆ। ਡੀਸੀ ਵਾਲਾ ਜਿਹੜਾ ਸਰਕੂਲਰ ਹੈ ਦੀ ਡੇਟ ਕੀ ਹੈ? ਕੱਲ ਦਾ ਟਾਈਮ ਦੱਸ ਦੇ ਕਦੋਂ ਅਪਲੋਡ ਹੋਇਆ। ਉਹ ਕਹਿੰਦੇ ਨੇ ਉਹ oppose ਕਰ
ਟਵੀਟ ਹੈ ਜੀ ਭਗਵੰਤ ਮਾਨ ਦੀ ਟਵੀਟ ਟਵੀਟ ਹੈ ਹੈ ਜੀ। ਜੀ। ਸੋ ਅਸੀਂ ਕੱਲ ਜੀ ਚੰਡੀਗੜ੍ਹ ਪੁਲਿਸ ਨੂੰ ਲੋਕਤੰਤਰ ਬਚਿਆ ਰਵੇ, ਸੱਚਾਈ ਹਰ ਪੰਜਾਬੀ 3 ਕਰੋੜ ਪੰਜਾਬੀ ਦਾ ਹੱਕ ਹੈ ਸੱਚਾਈ ਕੀ ਆ, ਸੱਚਾਈ ਜਾਣਨ ਦਾ। ਅਸੀਂ ਆਪ ਜਾ ਕੇ ਉੱਥੇ ਕੰਪਲੇਂਟ ਲੌਂਚ ਕਰਾਂਗੇ ਕਿ ਜਿਹੜੇ ਆ 10 ਸ਼ਿਕਾਇਤਕਰਤਾ ਨੇ ਜਾਂ 35 ਨੇ, ਹਾਲੇ ਤਾਂ ਸਾਨੂੰ ਇਹ ਨਹੀਂ ਪਤਾ ਲੱਗ ਰਹੀ। ਮੁੱਖ ਮੰਤਰੀ ਸਾਹਿਬ 6 ਕਹਿ ਰਹੇ ਆ, 7 ਕਹਿ ਰਹੇ ਆ, ਅਮਨ ਅਰੋੜਾ ਸਾਹਿਬ 35 ਕਹਿ ਰਹੇ ਆ, ਔਰ ਹਰਪਾਲ ਚੀਮਾ ਸਾਹਿਬ 10 ਕਹਿ ਰਹੇ ਆ। ਇਹਨਾਂ ਦੀ ਅਸੀਂ ਕੰਪਲੇਂਟ ਦਵਾਂਗੇ ਕਿ ਇਹਦੀ ਫੁੱਲ ਪ੍ਰੂਫ ਇਨਕੁਆਇਰੀ ਹੋਵੇ, ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਉਹਦਾ ਨਿਪਟਾਰਾ ਹੋਵੇ। ਜੇ ਕਿਸੇ ਦੀ ਜਾਨ ਨੂੰ ਖਤਰਾ ਉਹਦੀ ਹਿਫਾਜ਼ਤ ਹੋਵੇ, ਕਿਉਂਕਿ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਔਰ ਡੈਮੋਕ੍ਰੇਸੀ ਜਾਂ ਲੋਕਤੰਤਰ ਦਾ ਇਸ ਤਰੀਕੇ ਦਾ ਘਾਣ ਪੰਜਾਬ ਜਾਂ ਪੰਜਾਬੀ ਕਦੇ ਵੀ ਨਹੀਂ ਬਰਦਾਸ਼ਤ ਕਰਨਗੇ, ਨਾ ਹੋਣ ਦੇਣਗੇ। ਬਾਕੀ ਇਹ ਗੱਲ ਜ਼ਰੂਰ ਹੈ ਕਿ ਇਹ ਵਾਕਈ ਕੋਈ ਆਫਰ ਸੀ ਕਿ ਨਹੀਂ ਸੀ, ਇਸ ਗੱਲ ਦਾ ਵੀ ਨਿਪਟਾਰਾ ਹੋ ਜੂ ਕਿ ਇਨਕੁਆਇਰੀ ਦਾ ਵਿਸ਼ਾ ਉਹ ਵੀ ਬੜਾ ਵੱਡਾ 2500 ਕਰੋੜ ਇਜ਼ ਨਾਟ ਅ ਸਮਾਲ ਅਮਾਊਂਟ। 2500 ਕਰੋੜ ਦਾ ਇਲਜ਼ਾਮ ਲਾ ਦੇਣਾ। ਔਰ ਪਾਲ ਚੀਮਾ ਜੀ ਨੇ ਤਾਂ ਇੱਕ ਦਿਨ ਪਹਿਲਾਂ ਸ਼ਾਇਦ 1375 ਕਿਹਾ ਸੀ। 1375 55 MLA ਰੋਜ਼ ਹੀ ਬਦਲ ਦਿੰਦੇ ਆ। ਚੀਮਾ ਸਾਹਿਬ ਤੁਸੀਂ ਖਜ਼ਾਨਚੀ ਪੰਜਾਬ ਦੇ ਆ, ਖਜ਼ਾਨਾ ਮੰਤਰੀ, ਤੁਸੀਂ ਤਾਂ ਬਿਹੇਵ ਕਰਨ ਲੱਗੇ ਖਜ਼ਾਨਚੀ ਭਾਜਪਾ ਦੇ, ਜਿਵੇਂ ਨੋਟ ਪੱਕੀ ਗਿਣ ਲਏ 1375। ਕਿਵੇਂ ਪਤਾ 1400 ਨਹੀਂ ਸੀ ਤੁਹਾਨੂੰ? ਕਿਵੇਂ ਪਤਾ 2300 ਨਹੀਂ ਸੀ? ਮੈਂ ਇਸ ਲਈ ਇਹ ਸਾਰੀ ਗੱਲ ਨਾ ਬੜਾ ਸੱਚਾਈ ਸਾਹਮਣੇ ਆਉਣ ਦੀ ਲੋੜ ਹੈ। ਕੱਲ ਅਸੀਂ ਚੰਡੀਗੜ੍ਹ ਪੁਲਿਸ 'ਚ ਜਾ ਕੇ, ਕਿਉਂਕਿ ਮਾਮਲਾ ਕੱਲ ਪੀਸੀ ਵੀ ਚੰਡੀਗੜ੍ਹ ਹੋਈ ਆ ਜੀ, ਔਰ ਚੰਡੀਗੜ੍ਹ 'ਚ ਅਸੀਂ ਐਸਐਸਪੀ ਸਾਹਿਬ ਨੂੰ ਜਾ ਕੇ ਆਪਦੇ ਵੱਲੋਂ ਇੱਕ ਕੰਪਲੇਂਟ ਦੇਵਾਂਗੇ ਕਿ ਇਹਦੀ ਸੱਚਾਈ ਸਾਹਮਣੇ ਆਵੇ। ਔਰ ਇਹ ਵੀ ਮੈਂ ਤੁਹਾਨੂੰ ਬਾਰ-ਬਾਰ ਇੱਕ ਗੱਲ ਮੈਂ ਰਿਪੀਟ ਫॉर द ਸੇਕ ਆਫ ਰੈਪੂਟੇਸ਼ਨ ਵੇਅਰ ਕਰ ਰਿਹਾ, ਲੋਕਾਂ ਦਾ ਧਿਆਨ ਨਹੀਂ ਭਟਕਾਉਣ ਦੇਵਾਂਗੇ ਅਸਲ ਮੁੱਦਿਆਂ ਤੋਂ। ਜੋ ਵਾਅਦੇ ਕੀਤੇ ਆ ਉੱਤੇ ਧਿਆਨ ਭਟਕਾਉਣ ਦੀ ਜਿਹੜੀ ਆਪ ਦੀ ਸਕੀਮ ਚੱਲ ਰਹੀ ਆ ਉਹਨੂੰ ਵੀ ਫੇਲ ਕਰਾਂਗੇ। ਅਸਲ ਵਾਅਦੇ ਜਿਹੜੇ ਮੁੱਦੇ ਨੇ, ਉਹ ਜਿਹੜੇ ਵਾਅਦੇ ਕੀਤੇ ਉਹਨੂੰ ਪੂਰਾ ਕਰਵਾਉਣ ਵਾਸਤੇ ਇਹਨਾਂ ਨੂੰ ਰੋਜ਼ ਘੇਰਨਗੇ। ਲੋਕ ਵੀ ਘੇਰਦੇ ਆ, ਓਪੋਜੀਸ਼ਨ ਪਾਰਟੀ ਵੀ ਘੇਰੂ, ਔਰ ਜੋ ਇਹ ਸਮਝਦੇ ਕਿ ਝੂਠ ਸੱਚ ਬੋਲ ਕੇ ਲੋਕਾਂ ਨੂੰ ਭਟਕਾ ਕੇ ਪਰਾਂ ਜਾਈਏ, ਉਹ ਕੰਮ ਵੀ ਨਹੀਂ ਹੋਣ ਦੇਵਾਂਗੇ। ਤੁਹਾਨੂੰ ਹੈ ਭਰੋਸਾ? ਜਦੋਂ 24 ਘੰਟਿਆਂ ਤੱਕ ਜਿਹੜਾ ਯਾਰ ਦੇਖੋ ਤੁਸੀਂ ਪਲੀਜ਼ ਇੱਕ ਨਾ ਸੀਰੀਅਸਨੈਸ ਨੂੰ ਸਮਝੋ। ਫਾਈਨੈਂਸ ਮਿਨਿਸਟਰ ਹੈ ਸੂਬੇ ਦਾ, ਨੰਬਰ 2 ਇਨ ਕੈਬਨਿਟ ਹੈ, ਉਹ ਕਹਿ ਰਿਹਾ ਮੇਰੇ ਕੋਲ ਸਾਰੇ ਸਬੂਤ ਨੇ। ਬੀਜੇਪੀ ਲੀਡਰਸ ਦੇ ਨਾਂ ਕਹਿ ਰਿਹਾ, ਦਲਾਲਾਂ ਦੀ ਗੱਲ ਕਰ ਰਿਹਾ, ਤੇ ਅੱਜ ਤੱਕ ਤੁਹਾਡੇ ਸਾਹਮਣੇ ਕਿਉਂ ਨਹੀਂ ਰੱਖੇ? ਚੰਡੀਗੜ੍ਹ ਬਹਿ ਕੇ ਐਲੀਗੇਸ਼ਨ ਲਾ ਰਿਹਾ, ਤੁਹਾਡੇ ਸਾਹਮਣੇ ਕਿਉਂ ਨਹੀਂ ਰੱਖ ਰਿਹਾ? ਮੈਂ ਕੱਲ ਦੀ FIR ਮੰਗ ਚੁੱਕਿਆ, ਮੈਨੂੰ ਤਾਂ FIR ਦੀ ਕਾਪੀ ਮਿਲੀ ਨਹੀਂ। ਕੀ ਤੁਹਾਨੂੰ ਮਿਲੀ? Does any of the press person have the FIR copy? No. ਤੇ ਜੇ ਐਡੀ ਸੀਰੀਅਸ ਐਲੀਗੇਸ਼ਨ ਦੀ ਤੁਹਾਨੂੰ FIR ਦੀ ਕਾਪੀ ਨਹੀਂ ਮਿਲਣੀ, ਤੁਹਾਨੂੰ ਕੀ ਪਤਾ ਲੱਗਣਾ ਕਿਹਦੀ ਐਲੀਗੇਸ਼ਨ ਹੈ, ਕਿਹਦੇ ਹਵਾਲਾ, ਕੀ ਇਹਦੀ ਸੀਰੀਅਸਨੈਸ ਹੈ? ਪੰਜਾਬ ਦੇ ਲੋਕਾਂ ਨੂੰ ਕੀ ਸੱਚਾਈ ਜਾਣਨ ਦਾ ਹੱਕ ਹੈ ਕਿ ਨਹੀਂ? ਜੇ ਇਹ ਝੂਠ ਬੋਲ ਰਹੇ ਤੇ ਇਸ ਗੱਲ ਦੀ ਵੀ ਇਨਕੁਆਇਰੀ ਹੋ ਜੇ। ਹੁਣ ਟਾਈਮ ਲਵਾਂਗੇ ਜੀ, ਅੱਜ ਤੁਹਾਨੂੰ ਇਨਫੋਰਮ ਕਰ ਦਿਆਂਗੇ ਜੀ। ਅੱਜ ਅਸੀਂ ਟਾਈਮ ਲਵਾਂਗੇ ਤਾਂ ਕਿਉਂਕਿ ਅਸੀਂ ਮਹਿਸੂਸ ਕੀਤਾ ਕਿ ਸੱਚਾਈ ਆਉਣੀ ਕਿਵੇਂ ਸਾਹਮਣੇ। ਜਾਂ ਇੰਡੀਪੈਂਡੈਂਟ ਏਜੰਸੀ ਕੋਈ ਦੀ ਪ੍ਰੋਬ ਕਰੇ ਤੇ ਜਾਂ ਹਾਈ ਕੋਰਟ ਆਨਰੇਬਲ ਜੱਜ ਸਾਹਿਬ ਦੀ ਮੋਨੀਟਰਡ ਹੋਵੇ। ਸੀਐਮ ਸਾਹਿਬ ਨੇ ਜਰਮਨੀ ਤੋਂ ਬਿਆਨ ਦਿੱਤਾ, ਕਹਿੰਦੇ ਕਿ ਪੰਜਾਬੀ ਮਿੱਟੀ ਦੇ ਵਫਾਦਾਰ ਹੁੰਦੇ ਨੇ, ਸਾਡੇ ਜਿਹੜੇ ਵਿਧਾਇਕ ਨੇ ਉਹ ਵੀ ਪੰਜਾਬੀ ਹੋਣ ਦੇ ਨਾਤੇ ਮਿੱਟੀ ਦੀ ਵਫਾਦਾਰੀ ਨਿਭਾਉਣਗੇ। ਔਰ ਕਹਿੰਦੇ ਜੋ ਮੰਡੀ ਦੇ ਵਿੱਚ ਹੁੰਦਾ ਉਹੀ ਵਿਕਦਾ, ਸਾਡੇ ਵਿਧਾਇਕ ਮੰਡੀ ਦੇ ਵਿੱਚ ਨਹੀਂ ਹੈਗੇ, ਉਹ ਵਿਕਣ ਵਾਲੇ। ਫਿਰ ਸੀਐਮ ਸਾਹਿਬ ਅਸਲ 'ਚ ਜਰਮਨੀ ਗਏ ਹੋਏ ਸੀ, ਬੋਲੀ ਲੱਗੀ ਕਿਵੇਂ? ਮੰਡੀ 'ਚ ਕੋਈ ਤਾਂ ਗਿਆ ਹੋਣਾ। ਅਸੀਂ ਤਾਂ ਨਹੀਂ ਨਾ ਕਿਹਾ ਬੋਲੀ ਲੱਗੀ ਆ। ਬੋਲੀ ਲੱਗੀ ਦੀ ਗੱਲ ਦਾ ਖੁਲਾਸਾ ਵੀ ਆਪ ਦੇ ਫਾਈਨੈਂਸ ਮਿਨਿਸਟਰ ਸਾਹਿਬ ਕਰ ਰਹੇ, ਹੋਰ ਤਾਂ ਕੋਈ ਪਾਰਟੀ ਕਹਿ ਨਹੀਂ ਰਹੀ। ਸੋ ਇਹ ਗੱਲ ਇਹਨਾਂ ਦਾ ਅੰਦਰੂਨੀ ਮਾਮਲਾ ਹੈ, ਆਪਸ 'ਚ ਸਲਾਹ ਕਰ ਲੈਣ ਕਿ ਬੋਲੀ ਲੱਗੀ ਕਿਵੇਂ, ਲਵਾਈ ਕਿਹਨੇ, ਕਿ ਲੱਗੀ ਆ ਕਿ ਨਹੀਂ ਲੱਗੀ। ਮੇਰਾ ਵੀ ਉਹ ਸਵਾਲ ਹੈ, ਕਿਉਂਕਿ ਗੱਲਾਂ ਤਾਂ ਇਹ ਸਾਰੀਆਂ ਹੀ ਕਰ ਗਏ। ਔਰ ਮੈਂ ਬਾਰ-ਬਾਰ ਕਹਿ ਦਿਆਂ, ਇਹ ਸਿਰਫ ਤੇ ਸਿਰਫ ਆਪਦੇ ਆਪ ਨੂੰ, ਕਿਉਂਕਿ ਜੋ ਮੈਂ ਇਹਦਾ ਨਿਚੋੜ ਕੱਢਦਾ, ਜੇ ਅਖੀਰ 'ਚ ਕੁਛ ਨਹੀਂ ਨਿਕਲਿਆ ਤੇ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਝੂਠ ਬੋਲਿਆ।
ਜੇ ਸੱਚ ਹੈ ਤੇ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਜਿਹੜੇ ਇਹ ਜੀ ਗੜਬੜ ਕਰਨ ਨੂੰ ਫਿਰਦੇ ਆ। ਤੇ ਤੀਜੀ ਗੱਲ, ਜੇ ਇਹਦਾ ਨਿਚੋੜ ਜੋ ਮੈਂ ਮਹਿਸੂਸ ਕਰਦਾ ਉਹ ਨਿਕਲੂਗਾ ਕੇਜਰੀਵਾਲ ਸਾਹਿਬ ਦੀ ਸ਼ਰਾਰਤੀ ਰਾਜਨੀਤੀ, ਆਪਦੇ ਆਪ ਨੂੰ ਹਿਮਾਚਲ 'ਚ ਗੁਜਰਾਤ 'ਚ ਮੇਨ ਆਪੋਜੀਸ਼ਨ ਪ੍ਰੋਜੈਕਟ ਕਰਨਾ, ਕਿਉਂਕਿ ਕੱਲ ਦੀ ਸਾਰੀ ਪ੍ਰੈਸ ਵਾਰਤਾ 'ਚ ਉਹ ਕਾਂਗਰਸ ਦੇ ਬਾਰੇ ਦੱਸੀ ਗਏ ਘੁੱਟਨੇ ਟੇਕ ਗਏ ਭਾਈ, ਉਹ ਘੁੱਟਨੇ ਟੇਕਣ ਭਾਵੇਂ ਪੁੱਠੇ ਲਮਕਣ, ਤੁਸੀਂ ਕੀ ਲੈਣਾ? ਤੁਹਾਡਾ ਕੀ ਕੰਮ ਹੈ ਇਹਦੇ ਨਾਲ? ਤੁਸੀਂ ਆਪ ਦੇ ਪ੍ਰੂਫ ਦੱਸੋ, ਉਹ ਦੱਸਦੇ ਨਹੀਂ। ਮਜੀਦ ਸਾਹਿਬ, ਬੀਜੇਪੀ ਦੇ ਲੀਡਰਸ ਨੇ ਰਾਜਪਾਲ ਨੂੰ ਮਿਲ ਕੇ ਡਿਮਾਂਡ ਕੀਤੀ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਸਾਰੀ ਜਿਹੜੀ ਘਟਨਾਕ੍ਰਮ ਉਹਦੀ ਜਾਂਚ ਕਰੇ। ਦੇਖੋ, ਐਵਰੀ ਪੰਜਾਬੀ ਡਿਮਾਂਡਸ ਦੈਟ ਯਾਰ। ਐਜ਼ ਪੰਜਾਬੀ ਤੁਸੀਂ ਵੀ ਚਾਹੁੰਦੇ ਹੋ ਨਾ ਕਿ ਸੱਚ ਕੀ ਹੈ, ਤੁਸੀਂ ਵੋਟਾਂ ਦਿੱਤੀਆਂ ਨੇ, ਦਿਲੋਂ ਦਿਲ ਤਾਂ ਮੇਰਾ ਵੀ ਰਾਜਮੀ ਤੂੰ ਵੀ ਚਾਹੁੰਦਾ ਹੋਣਾ ਕਿ ਸੱਚ ਤਾਂ ਸਾਹਮਣੇ ਆਵੇ। ਜੇ ਆਪ ਸੱਚ ਬੋਲ ਰਹੀ ਹੈ ਤੇ ਉਹ ਆ ਜਾਏ ਸਾਹਮਣੇ, ਜੇ ਕੁਝ ਹੋਰ ਸੱਚ ਹੈ ਤੇ ਉਹ ਆ ਜਾਏ ਸਾਹਮਣੇ, ਸੱਚਾਈ ਤਾਂ ਆਵੇ। ਹਾਊ ਇਜ਼ ਇਟ ਗੋਇੰਗ ਟੂ ਕਮ? ਕਿਉਂਕਿ ਡੀਜੀਪੀ ਸਾਹਿਬ ਨੂੰ ਇਨਕੁਆਇਰੀ ਗਈ ਹੋਵੇ, ਹੈਡ ਆਫ ਦਾ ਪੁਲਿਸ ਫੋਰਸ ਹੋਣ, ਤੇ ਉਹ FIR ਦਾ ਨਾਮ ਨਿਸ਼ਾਨ ਹੀ ਕਿੱਥੇ ਨਹੀਂ, ਛੂ ਮੰਤਰ ਹੋ ਗਈ, ਗਾਇਬ ਹੀ ਹੋ ਗਈ। ਠੀਕ ਹੈ ਜੀ, ਥੈਂਕ ਯੂ। ਹਾਂਜੀ, ਠੀਕ ਹੀ ਹੈ ਜੀ, ਬਸ ਕੀ ਗੱਲ। ਥੋੜਾ ਹੱਟ ਕੇ ਸਵਾਲ ਆ ਜੀ, ਦਲਜੀਤ ਦੋਸਾਂਝ ਦੀ ਨਵੀਂ ਫਿਲਮ ਆ ਰਹੀ ਹੈ, ਉਹ 84 ਤੇ ਹੈਗੀ ਹੈ, 84 ਦੰਗਿਆਂ ਤੇ। ਉਹਨੇ 84 ਦੇ ਦੰਗੇ ਨਹੀਂ ਹੋਏ, ਕਤਲੇਆਮ ਹੋਇਆ। ਇਹ ਤਾਂ ਦੇਖੋ ਕਿ ਕੋਈ ਡਿਸਪਿਊਟ ਕਰਦਾ ਇਸ ਗੱਲ ਨੂੰ ਕਿ ਦਿੱਲੀ ਦੇ ਜਿਹੜੇ 84 ਦੇ ਜੈਨੋਸਾਈਡ ਸੀ, ਦੰਗੇ ਨਹੀਂ ਸੀ, ਕਤਲੇਆਮ ਕਰਾਇਆ ਗਿਆ ਸੀ, ਔਰ ਗਾਂਧੀ ਪਰਿਵਾਰ ਕਾਂਗਰਸ ਪਾਰਟੀ ਨੇ ਕਰਾਇਆ। ਇਹ ਤਾਂ ਸਪਸ਼ਟ ਫੈਕਟ ਹੈ, ਵੈਲ ਐਸਟੈਬਲਿਸ਼ਡ ਫੈਕਟ ਹੈ। ਕੋਰਟ ਨੇ ਉਹਨਾਂ ਕਾਂਗਰਸੀਆਂ ਨੂੰ ਕਈਆਂ ਨੂੰ ਸਜ਼ਾ ਸੁਣਾਉਣ ਦਾ ਵੀ ਕੰਮ ਸ਼ੁਰੂ ਕਰਤਾ, ਜੋ ਰਹਿ ਗਈਆਂ ਉਹਨਾਂ ਤੇ ਵੀ ਕਾਰਵਾਈ ਹੋਊਗੀ। ਥੈਂਕ ਯੂ।